ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ, ਸਤਿਗੁਰੂ ਸਮਝਾਉਂਦੇ ਵੀ ਇਸ ਤਰ੍ਹਾਂ ਪਰਮਾਤਮਾ ਦਾ ਸਿਮਰਨ ਕਰੋ ਜਿਵੇਂ ਕੀਤਾ ਧਰੂ ਅਤੇ ਪ੍ਰਹਲਾਦ ਨੇ। ਸਤਿਗੁਰੂ ਕਹਿੰਦੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਧਿਆਈਏ। ਸਤਿਗੁਰੂ ਫਰਮਾਉਂਦੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੀ। ਬਈ ਜਿਵੇਂ ਉਹਨਾਂ ਨੇ ਜਪਿਆ, ਇਸੇ ਤਰ੍ਹਾਂ ਆਪਾਂ ਨੂੰ ਕਹਿੰਦੇ ਤੁਸੀਂ ਵੀ ਜਪੋ। ਫਿਰ ਆਪਾਂ ਮਾਲਕ ਦੇ ਪਰਮਾਤਮਾ ਦੇ ਭਰੋਸੇ ਵੀ ਇਹ ਜਿਹੜਾ ਸਾਡਾ ਸਾਰਾ ਪਰਿਵਾਰ ਹੈ, ਬੰਦ ਸੁਖਮ, ਇਹ ਸਾਰੇ ਪਰਿਵਾਰ ਨੂੰ ਅਸੀਂ ਬੇੜੇ 'ਤੇ ਚੜ੍ਹਾਉਣਾ, ਨਾਮ ਦੇ ਉੱਤੇ, ਜਹਾਜ਼ 'ਤੇ। ਫਿਰ ਜੇ ਅਸੀਂ ਮਾਲਕ ਨੂੰ ਭਾਈਏ ਤੇ ਉਹ ਸਾਨੂੰ ਆਪਣਾ ਹੁਕਮ ਮਨਾਉਂਦਾ ਹੈ ਤੇ ਸਾਡੇ ਫਿਰ ਇਸ ਪਰਿਵਾਰ ਨੂੰ ਉਹ ਬੰਨੇ ਲਾ ਦਿੰਦੇ, ਭਵ ਸਾਗਰ ਤੋਂ ਪਾਰ ਲੰਘਾ ਦਿੰਦੇ। ਸਤਿਗੁਰੂ ਫਰਮਾਉਂਦੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ। ਜੇ ਦਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਬਈ ਜੇ ਅਸੀਂ ਮਾਲਕ ਨੂੰ, ਪਰਮੇਸ਼ਰ ਨੂੰ ਭਾ ਜਾਈਏ, ਫਿਰ ਉਹ ਸਾਨੂੰ ਆਪਣਾ ਹੁਕਮ ਮਨਾਉਂਦਾ, ਨਾਮ ਨੂੰ। ਫਿਰ ਇਹ ਸਾਡਾ ਜਿਹੜਾ
ਸੰਸਾਰ ਤੋਂ ਪਾਰ ਉਤਾਰਾ ਹੁੰਦਾ, ਫਿਰ ਹੀ ਅਸੀਂ ਭਵ ਸਾਗਰ ਤੋਂ ਪਾਰ ਲੰਘਦੇ ਹਾਂ। ਨਾਮ ਦੁਆਰਾ, ਗੁਰੂ ਦੇ ਸ਼ਬਦ ਦੁਆਰਾ। ਸਤਿਗੁਰੂ ਫਰਮਾਉਂਦੇ, ਭਵ ਜਲ ਬਿਖਮ ਸਗਾਹੂ, ਪਰ ਸ਼ਬਦੀ ਪਾਰ ਪਾਹੀ। ਬਈ ਇਹ ਜਿਹੜਾ ਭਵ ਜਲ ਹੈ, ਭਵ ਸਾਗਰ, ਇਹਨੂੰ ਅਸੀਂ ਸ਼ਬਦ ਦੁਆਰਾ ਪਾਰ ਕਰਨਾ, ਨਾਮ ਦੁਆਰਾ। ਨਾਮ ਤੋਂ ਬਿਨਾਂ ਇਹ ਭਵ ਸਾਗਰ ਤਰਿਆ ਨਹੀਂ ਜਾਂਦਾ। ਬਿਨ ਸ਼ਬਦ ਦੇ ਭਵ ਜਲ ਕਿਉਂ ਤਰੀਏ? ਬਈ ਸ਼ਬਦ ਤੋਂ ਬਿਨਾਂ ਅਸੀਂ ਇਹ ਭਵ ਜਲ ਨੂੰ ਕਿਵੇਂ ਤਰੀਏ? ਅਸੀਂ ਕਿਵੇਂ ਆਪਦੇ ਘਰ, ਕਿਵੇਂ ਆਪਦੇ ਦੇਸ਼ ਵਾਪਸ ਜਾਈਏ? ਨਹੀਂ ਜਾ ਸਕਦੇ। ਨਾਮ ਤੋਂ ਬਿਨਾਂ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ, ਆਪਦੇ ਜੀਵਨ ਦਾ ਅਸੀਂ ਲਾਹਾ ਨਹੀਂ ਕੱਢ ਸਕਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਰਮਾਤਮਾ ਨੂੰ ਜਪੋ, ਉਹਦਾ ਸਿਮਰਨ ਕਰੋ, ਜਿਵੇਂ ਧਰੂੰ ਦੇ ਪ੍ਰਹਲਾਦ ਨੇ ਕੀਤਾ। ਫਿਰ ਇਹ ਜਿਹੜਾ ਸਾਰਾ ਪਰਿਵਾਰ ਇਹਨੂੰ ਬੇੜੇ 'ਤੇ ਚੜਾਓ, ਤੇ ਫਿਰ ਇਹ ਭਵ ਸਾਗਰ ਤੋਂ ਪਾਰ ਲੰਘ ਜਾਓ। ਹੁਣ ਇਹ ਅਸੀਂ ਕਿਵੇਂ ਭਵ ਸਾਗਰ ਤੋਂ ਪਾਰ ਲੰਘਣਾ? ਕਿਵੇਂ ਅਸੀਂ ਆਪਦੇ ਘਰ ਜਾਣਾ, ਮਾਲਕ ਨਾਲ ਮਿਲਾਪ ਕਰਨਾ? ਇਹ ਫਿਰ ਗੁਰਬਾਣੀ ਗੁਰੂ 1430 ਅੰਗ ਵਿੱਚ ਸਤਿਗੁਰਾਂ ਨੇ ਸਾਨੂੰ ਇਹੋ ਸਾਰਾ ਭੇਦ ਦਿੱਤਾ, ਸਾਨੂੰ ਸਮਝਾਇਆ। ਸਾਰੀ ਜੋ ਗੁਰਬਾਣੀ ਗੁਰੂ, ਇਹ ਸਾਡੀ ਇਸ ਤਨ ਦੀ ਕਾਇਆ ਦੀ ਖੋਜ ਕਰਕੇ ਹੀ ਸਤਿਗੁਰਾਂ ਨੇ ਆਪ ਨੂੰ ਸਾਰਾ ਭੇਦ ਦਿੱਤਾ ਹੈ। ਭਾਈਓ ਫਿਰ ਆਪ ਨੂੰ ਸਮਝਾਉਂਦੇ ਬਈ ਤੁਸੀਂ ਵੀ ਇਹ ਕਾਇਆ ਦੀ ਖੋਜ ਕਰੋ। ਤੁਸੀਂ ਕੀ ਖੋਜਣਾ ਚਾਹੁੰਦੇ ਹੋ? ਗੁਰਬਾਣੀ ਗੁਰੂ ਨੂੰ ਖੋਜੀ ਬਣ ਕੇ ਪੜ੍ਹੋ, ਵਿਚਾਰੋ। ਹੁਣ ਜੋ ਅਸੀਂ ਬਾਹਰ ਦੇਖਦੇ ਹਾਂ ਉਹੀਓ ਸਾਡੇ ਇਸ ਸਰੀਰ ਪਿੰਡ ਦੇ ਵਿੱਚ ਮੌਜੂਦ ਸਾਰਾ ਕੁਛ। ਸਤਿਗੁਰੂ ਫਰਮਾਉਂਦੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਬਈ ਜੋ ਬ੍ਰਹਮੰਡ ਦੇ ਵਿੱਚ ਉਹੀਓ ਸਾਡੇ ਇਸ ਪਿੰਡ ਵਿੱਚ। ਤੁਸੀਂ ਜੋ ਵੀ ਖੋਜਣਾ ਚਾਹੁੰਦੇ ਹੋ ਅੰਦਰੋਂ ਖੋਜੋ। ਜਿਹੜੇ ਫਿਰ ਗੁਰਮੁਖ ਉਹ ਇਸ ਕਾਇਆ ਦੀ ਖੋਜ ਕਰਦੇ, ਉਹ ਹੋਰ ਕਿਸੇ ਬਾਹਰੀ ਭਰਮ 'ਚ ਨਹੀਂ ਪੈਂਦੇ, ਵਹਿਮਾਂ 'ਚ ਨਹੀਂ ਪੈਂਦੇ। ਮਹਾਰਾਜ ਕਹਿੰਦੇ, ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਬਈ ਗੁਰਮੁਖ ਹੈ ਜਿਹੜਾ, ਉਹ ਬਾਹਰੀ ਭਰਮ 'ਚ ਨਹੀਂ ਪੈਂਦਾ, ਉਹ ਆਪਣੇ ਅੰਦਰ ਦੀ ਖੋਜ ਕਰਦਾ ਹੈ ਕਾਇਆ 'ਚ। ਜਿਹੜੇ ਗੁਰਮੁਖ ਫਿਰ ਇਹ ਕਾਇਆ ਦੀ ਖੋਜ ਕਰਦੇ, ਉਹਨਾਂ ਨੂੰ ਗੁਰਬਾਣੀ 'ਚ ਕਹਿੰਦੇ ਵੱਡੇ ਭਾਗਾਂ ਵਾਲੇ। ਮਹਾਰਾਜ ਕਹਿੰਦੇ, ਰਾਮ ਰਾਮ ਬੋਲ ਬੋਲ ਖੋਜ ਤੇ ਵਡ ਭਾਗੀ। ਬਈ ਉਹ ਵੱਡੇ ਭਾਗਾਂ ਵਾਲੇ ਜਿਹੜੇ ਸਿਮਰਨ ਕਰ ਕਰਕੇ ਆਪਣੇ ਅੰਦਰ ਦੀ ਖੋਜ ਕਰਦੇ। ਹੁਣ ਅਸੀਂ ਆਪਣੇ ਅੰਦਰੋਂ ਖੋਜਣਾ ਕੀ ਹੈ? ਸਾਡੇ ਅੰਦਰ ਨਿਧਾਨ ਹੈ, ਖਜ਼ਾਨਾ ਪਿਆ ਸਾਡੇ ਅੰਦਰ। ਹੁਣ ਅਸੀਂ ਉਹ ਖਜ਼ਾਨੇ ਦੀ ਖੋਜ ਕਰਨੀ ਵੀ ਸਾਡੇ ਅੰਦਰ ਉਹ ਖਜ਼ਾਨਾ ਨਿਧਾਨ ਕਿੱਥੇ ਪਿਆ, ਜਿਹਦੀ ਬਰਾਬਰੀ ਕਰਨ ਦੇ ਨਾਲ ਅਸੀਂ ਸਦਾ ਵਾਸਤੇ ਅਮਰ ਹੋ ਜਾਣ। ਮਹਾਰਾਜ ਕਹਿੰਦੇ, ਹਰ ਹਰ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਵੀ ਇਹ ਜਿਹੜਾ ਹਰੀ ਦਾ ਨਾਮ ਪਰਮਾਤਮਾ ਦਾ ਇਹ ਨਿਧਾਨ ਹੈ। ਨਿਧਾਨ ਕਹਿੰਦੇ ਖਜ਼ਾਨੇ ਨੂੰ। ਬਈ ਇਹ ਖਜ਼ਾਨਾ ਦੇ ਸਾਡੇ ਅੰਦਰ ਜਿਹੜੇ ਗੁਰਮੁਖ ਫਿਰ ਉਹ ਇਹ ਨਿਧਾਨ ਦੀ ਖੋਜ ਕਰਦੇ ਖਜ਼ਾਨੇ 'ਚ। ਜਿਨ੍ਹਾਂ ਨੇ ਖੋਜ ਕੀਤੀ ਉਹਨਾਂ ਨੇ ਪ੍ਰਾਪਤੀ ਵੀ ਕਰ ਲਈ। ਜਦੋਂ ਸਾਨੂੰ ਇਹ ਖਜ਼ਾਨੇ ਦੀ ਪ੍ਰਾਪਤੀ ਹੋ ਜਾਏਗੀ, ਫਿਰ ਮਹਾਰਾਜ ਕਹਿੰਦੇ ਬਈ ਸਾਡਾ ਧਿਆਨ ਅੰਤਰਗਤ ਲੱਗਦਾ ਇਹ ਖਜ਼ਾਨੇ ਨਿਧਾਨ ਦੇ ਉੱਤੇ।
ਜਦੋਂ ਅਸੀਂ ਇਹ ਖਜ਼ਾਨੇ 'ਤੇ ਧਿਆਨ ਲਾਉਂਦੇ, ਸਾਡੇ ਮਨ ਦੇ ਜਿੰਨੇ ਵੀ ਦੁੱਖ ਤਕਲੀਫਾਂ ਹੁੰਦੀਆਂ, ਸਾਰੇ ਮਨ ਦੇ ਦੁੱਖ ਕਲੇਸ਼ ਖਤਮ ਹੋ ਜਾਂਦੇ। ਫਿਰ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ, ਸਦਾ ਲਈ ਜੀਵਨ ਮੁਕਤ ਹੋ ਜਾਂਦਾ। ਮਾਰੇ ਫਰਮਾਉਂਦੇ ਨਾਮ ਨਿਧਾਨ, ਧਿਆਨ ਅੰਤਰਗਤ, ਤੇਜ ਪੁੰਜ ਤੇ ਲੋਕ ਪਰਗਸ, ਦੇਖਤ ਦਰਸ ਭਟਕ ਭਰਮ ਭਜਤ, ਦੁੱਖ ਪਰ ਹਰ ਸੁਖ ਸਹਿਜ ਵਿਗਸ। ਬਈ ਜਦੋਂ ਅਸੀਂ ਉਹ ਖਜ਼ਾਨੇ 'ਤੇ ਧਿਆਨ ਲਾਇਆ ਤੇ ਸਾਰੇ ਦੁੱਖ ਸੀ ਜਿਹੜੇ ਉਹ ਖਤਮ ਹੋ ਗਏ, ਤੇ ਜਿਹੜਾ ਮਨ ਸੀ ਉਹ ਸਹਿਜ ਵਿੱਚ ਆ ਗਿਆ, ਸਦਾ ਲਈ ਸੁਖੀ ਹੋ ਗਿਆ, ਆਨੰਦ ਅਵਸਥਾ ਦੇ ਵਿੱਚ ਆ ਗਿਆ ਮਨ। ਸੋ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਜਿਹੜੇ ਭਗਤ ਗੁਰਮੁਖ, ਉਹਨਾਂ ਦੇ ਮਨ ਦੇ ਵਿੱਚ ਸਦਾ ਆਨੰਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਬਈ ਉਹਨਾਂ ਦੇ ਮਨ ਦੇ ਵਿੱਚ ਸਦਾ ਆਨੰਦ ਹੈ, ਕਿਉਂਕਿ ਉਹਨਾਂ ਨੇ ਨਾਮ ਨੂੰ ਸੁਣਿਆ, ਤੇ ਸੁਣਨ ਦੇ ਨਾਲ ਉਹਨਾਂ ਦੇ ਦੁੱਖਾਂ ਪਾਪਾਂ ਦਾ ਨਾਸ ਹੋ ਗਿਆ। ਇਸ ਕਰਕੇ ਉਹਨਾਂ ਦਾ ਮਨ ਹੈ ਜਿਹੜਾ ਫਿਰ ਉਹ ਸੁੱਖ ਲੈਂਦਾ ਤੇ ਉਹ ਵਿਸ਼ਰਾਮ ਕਰਦਾ, ਉਹ ਆਨੰਦ ਦੇ ਵਿੱਚ ਰਹਿੰਦਾ। ਆਈਆਂ ਮਾਰੇ ਹੀ ਕਹਿੰਦੇ ਵੀ ਜੋ ਨਾਮ ਹੈ ਪਰਮਾਤਮਾ ਦਾ ਇਹ ਸੁੱਖਾਂ ਦੀ ਮਨੀ। ਜਦੋਂ ਅਸੀਂ ਇਹ ਸੁੱਖਾਂ ਦੀ ਮਨੀ ਤੱਕ ਪਹੁੰਚ ਗਏ ਤੇ ਫਿਰ ਸਾਡੇ ਮਨ ਨੇ ਵਿਸ਼ਰਾਮ ਕਰਨਾ, ਫਿਰ ਇਹਨੇ ਸਦਾ ਲਈ ਸੁਖੀ ਹੋਣਾ। ਮਾਰੇ ਫਰਮਾਉਂਦੇ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਵੀ ਜਿਹੜੇ ਭਗਤ ਉਹਨਾਂ ਦਾ ਮਨ ਰੁਕ ਜਾਂਦਾ, ਤੇ ਆਮ ਜੀਵ ਦਾ ਮਨ ਨਹੀਂ ਰੁਕਦਾ। ਮਨ ਭੱਜਾ ਫਿਰਦਾ ਵਿਚਾਰਾਂ 'ਚ, ਫੁਰਨਿਆਂ 'ਚ, ਉਹ ਮਨ ਆਰਾਮ ਕਰਦਾ ਹੀ ਨਹੀਂ। ਦਿਨ ਰਾਤ ਮਨ ਦੌੜਦਾ ਹੀ ਰਹਿੰਦਾ, ਵਿਚਾਰਾਂ 'ਚ ਭੱਜਿਆ ਹੀ ਫਿਰਦਾ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਇਹ ਤਨ ਵਾਸਤੇ ਤਾਂ ਜਿਵੇਂ ਅਸੀਂ ਕਰਮ ਕਰਦੇ ਹਾਂ ਤੇ ਤਨ ਨੂੰ ਆਰਾਮ ਕਰਾਉਂਦੇ ਹਾਂ, ਤਨ ਤਾਂ ਰੁਕ ਵੀ ਜਾਂਦਾ, ਪਰ ਇਹ ਤਨ ਦੇ ਨਾਲ ਮਨ ਨਹੀਂ ਰੁਕਦਾ, ਕਿਉਂਕਿ ਮਨ ਉਵੇਂ ਵਿਚਾਰਾਂ 'ਚ ਫੁਰਨਿਆਂ 'ਚ ਭੱਜਿਆ ਫਿਰਦਾ, ਦਿਨ ਰਾਤ ਮਨ ਦੀ ਦੌੜ ਲੱਗੀ ਹੋਈ। ਉਹਨੇ ਮਨ ਨੇ ਰੁਕਣਾ ਨਾਮ ਦੁਆਰਾ, ਗੁਰੂ ਦੇ ਸ਼ਬਦ ਦੁਆਰਾ, ਉਹਦਾ ਮਨ ਰੁਕਦਾ ਨਹੀਂ। ਸਤਿਗੁਰੂ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਇਹਨੂੰ ਸ਼ਬਦ ਦਾ ਹੋੜਾ ਲਾ ਮਨ ਨੂੰ। ਜਿਵੇਂ ਕੋਈ ਪਾਣੀ ਚੱਲ ਰਿਹਾ ਤੇ ਉਹਦੇ ਵਿੱਚ ਕੋਈ ਚੀਜ਼ ਰੁੜੀ ਆ ਰਹੀ, ਔਰ ਉਹਨਾਂ ਸਮਾਂ ਚੀਜ਼ ਰੁੜਦੀ ਰਹੇਗੀ ਜਿੰਨਾ ਸਮਾਂ ਉਹਨੂੰ ਅੱਗੇ ਕੋਈ ਆਸਰਾ ਨਹੀਂ ਮਿਲਦਾ ਰੁਕਣ ਵਾਸਤੇ, ਉਹ ਗਾਂਦੀ ਗਾਂ ਤੁਰੀ ਜਾਏਗੀ। ਔਰ ਇਸੇ ਤਰ੍ਹਾਂ ਹੀ ਮਨ ਹੈ ਜਿਹੜਾ ਵਿਚਾਰਾਂ 'ਚ ਦੌੜਦਾ ਫੁਰਨਿਆਂ ਦੇ ਵਿੱਚ, ਔਰ ਇਹਨੂੰ ਮਾਰੇ ਕਹਿੰਦੇ ਵੀ ਸ਼ਬਦ ਦਾ ਹੋੜਾ ਲਾ, ਸ਼ਬਦ ਦਾ ਇਹਨੂੰ ਆਸਰਾ ਦਓ ਤੇ ਫਿਰ ਇਹ ਟਿਕ ਜੇਗਾ, ਫਿਰ ਇਹ ਰੁਕ ਜੇਗਾ। ਸਤਿਗੁਰੂ ਕਹਿੰਦੇ ਮਨ ਲੋਚੇ ਬਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀਏ। ਬਈ ਮਨ ਹੈ ਜਿਹੜਾ ਇਹ ਭੱਜਦਾ, ਤੇ ਇਹਨੂੰ ਗੁਰੂ ਦੇ ਸ਼ਬਦ ਦਾ ਹੋੜਾ ਲਾਓ, ਆਸਰਾ ਲਾਓ ਤਾਂ ਕਿ ਰੁਕ ਜੇ। ਹੁਣ ਜਿਹੜਾ ਇਹ ਆਪਸ ਸਿਮਰਨ ਕਰਦੇ, ਮਨ ਨੂੰ ਆਸਰਾ ਦੇ, ਸੰਗਤ ਕਰਦੇ ਹਾਂ, ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਇਸ ਅਸੀਂ ਮਨ ਨੂੰ ਆਸਰਾ ਦੇ ਰਹੇ ਵੀ ਜਿਹੜਾ ਸਾਡਾ ਮਨ ਡੁੱਬਦਾ ਜਾ ਰਿਹਾ ਭਵ ਸਾਗਰ ਦੇ ਵਿੱਚ, ਇਹਨੂੰ ਇਹ ਗਿਆਨ ਦਾ ਆਸਰਾ ਹੁੰਦਾ। ਸਿਮਰਨ ਕਰਕੇ ਇਹਨੂੰ ਆਸਰਾ ਮਿਲਦਾ ਵੀ ਤਾਂ ਕਿ ਰੁਕ ਜਾਵੇ, ਖੜ ਜਾਵੇ। ਜਿਵੇਂ ਮਹਾਰਾਜ ਸਾਨੂੰ ਉਦਾਹਰਨ ਦਿੰਦੇ ਵੀ ਅਸੀਂ ਘਰ ਬਣਾਉਂਦੇ ਹਾਂ, ਮੰਦਰ, ਘਰ ਨੂੰ ਖੜਾਉਣ ਵਾਸਤੇ ਥੰਮ ਲਾ ਦਿੰਦੇ ਆਸਰਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਮਨ ਨੂੰ ਇਹ ਸ਼ਬਦ ਦਾ ਥੰਮ ਲਾਓ, ਆਸਰਾ,
ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ, ਜਿਉਂ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸ ਥਮਨ। ਬਈ ਜਿਵੇਂ ਮੰਦਰ ਨੂੰ ਥੰਮ ਦਾ ਆਸਰਾ ਹੈ, ਇਸੇ ਤਰ੍ਹਾਂ ਹੀ ਮਨ ਨੂੰ ਇਹ ਸ਼ਬਦ ਦਾ ਆਸਰਾ, ਬਈ ਤਾਂ ਕਿ ਸਾਡਾ ਮਨ ਰੁਕ ਜੇ, ਸਾਡਾ ਮਨ ਠਹਿਰ ਜੇ। ਸੋ ਐਸੀ ਅਵਸਥਾ 'ਚ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਮਨ ਨੂੰ ਰੋਕਣ ਵਾਸਤੇ ਇਹ ਸਿਮਰਨ ਦੇ ਨਾਲ ਨਾਲ ਇਹ ਗੁਰੂ ਦੀ ਮੱਤ ਗਿਆਨ, ਜਿਹਦੇ ਨਾਲ ਸਾਡਾ ਮਨ ਰੁਕਦਾ, ਵਿਚਾਰਾਂ ਤੋਂ ਰਹਿਤ ਹੁੰਦਾ ਤੇ ਘਰ ਬੈਠਦਾ। ਹੁਣ ਜਦ ਜੀਵ ਸਿਮਰਨ ਨਹੀਂ ਕਰਦਾ, ਸਾਧ ਸੰਗਤ ਨਹੀਂ ਕਰਦਾ, ਉਹਦਾ ਮਨ ਰੁਕਦਾ ਹੀ ਨਹੀਂ, ਉਹਦਾ ਮਨ ਭੱਜਾ ਫਿਰਦਾ ਵਿਚਾਰਾਂ 'ਚ, ਫੁਰਨਿਆਂ ਦੇ ਵਿੱਚ। ਜੇ ਹੁਣ ਸਾਡਾ ਮਨ ਭੱਜਾ ਹੀ ਫਿਰੇਗਾ, ਇਹ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਏਗੀ, ਇਹਨੂੰ ਸੁੱਖ ਨਹੀਂ ਮਿਲੇਗਾ, ਇਹਦੇ ਵਿੱਚ ਬਲ ਨਹੀਂ ਰਹੇਗਾ, ਭੱਜ ਭੱਜ ਕੇ ਥੱਕ ਜੇਗਾ, ਨਿਰਬਲ ਹੋ ਜੇਗਾ। ਫਿਰ ਇਹਦੇ ਵਿੱਚ ਕੋਈ ਸਹਿਣਸ਼ੀਲਤਾ ਨਹੀਂ ਰਹੇਗੀ, ਕੋਈ ਸਬਰ ਨਹੀਂ ਰਹੇਗਾ, ਕੋਈ ਸੰਤੋਖ ਨਹੀਂ ਰਹੇਗਾ। ਫਿਰ ਇਹ ਆਪ ਮਹਾਰੀ ਹੋ ਜਾਏਗਾ ਤੇ ਭੱਜਾ ਹੀ ਫਿਰੇਗਾ ਦਿਨ ਰਾਤ। ਸੋ ਇਸ ਵਾਸਤੇ ਫਿਰ ਜਿਵੇਂ ਹੁਣ ਆਪਾਂ ਸੰਸਾਰ 'ਚ ਦੇਖਦੇ ਹਾਂ ਬਈ ਜੀਵਾਂ ਦੇ ਅੰਦਰ ਸਹਿਣਸ਼ੀਲਤਾ ਨਹੀਂ, ਛੋਟੀ ਜਿਹੀ ਗੱਲ ਵੀ ਕਿਸੇ ਦੀ ਸਹਾਰਦੇ ਨਹੀਂ, ਨਿੱਕੀ ਨਿੱਕੀ ਗੱਲ 'ਤੇ ਗੁੱਸਾ ਚੜ੍ਹਦਾ, ਕ੍ਰੋਧ ਆ ਜਾਂਦਾ, ਛੋਟੀ ਛੋਟੀ ਗੱਲ 'ਤੇ ਅਸੀਂ ਚਿੰਤਾ ਕਰਦੇ ਹਾਂ, ਫਿਕਰ ਕਰਦੇ ਹਾਂ, ਵੈਰ ਵਿਰੋਧ ਕਰਦੇ ਹਾਂ, ਨਿੰਦਿਆ ਚੁਗਲੀ ਕਰਦੇ ਹਾਂ। ਇਹ ਜਿਹੜਾ ਮਨ ਨਿਰਬਲ ਹੋ ਗਿਆ, ਜਿਹੜਾ ਮਨ ਰੋਗੀ ਹੋ ਗਿਆ, ਰੋਗੀ ਮਨ ਦੇ ਲੱਛਣ। ਜੇ ਸਾਡੇ ਅੰਦਰ ਸਾਰਾ ਕੁਛ ਹੈਗਾ ਹੈ ਤੇ ਫਿਰ ਗੁਰਬਾਣੀ ਗੁਰੂ ਸਾਨੂੰ ਦੱਸਦੇ ਵੀ ਅਸੀਂ ਰੋਗੀ ਹਾਂ। ਸਾਡਾ ਜਿਹੜਾ ਮਨ ਹੈ ਇਹ ਰੋਗੀ ਹੋ ਚੁੱਕੀ। ਸੋ ਜੇ ਹੁਣ ਅਸੀਂ ਇਹ ਰੋਗ ਦਾ ਇਲਾਜ ਨਾ ਕਰਾਇਆ, ਤੇਰੇ ਰੋਗ ਹੋਰ ਵੱਧਦੇ ਜਾਣਗੇ। ਜਿਉਂ ਜਿਵੇਂ ਜੀਵ ਦੀ ਉਮਰ ਵੱਧਦੀ ਹੈ ਤੇ ਉਹਦੇ ਹੋਰ ਰੋਗ ਵੱਧਦੇ ਜਾਂਦੇ। ਜਿਵੇਂ ਸਰੀਰ ਹੈ, ਜਿਉਂ ਸਰੀਰ ਜੀਵ ਦੀ ਉਮਰ ਵੱਧਦੀ, ਜਿਉਂ ਵਡੇਪਾ ਹੁੰਦਾ ਤੇ ਉਹਦੇ ਸਰੀਰ ਨੂੰ ਰੋਗ ਲੱਗਦੇ ਜਾਂਦੇ। ਪਹਿਲਾਂ ਇਹ ਸਰੀਰ ਨੂੰ ਰੋਗ ਨਹੀਂ ਹੁੰਦੇ ਇੰਨੇ, ਬੱਚੇ ਨੂੰ ਕਾਹਦਾ ਰੋਗ, ਜਵਾਨ ਹੋ ਗਿਆ ਜਵਾਨੀ 'ਚ ਵੀ ਕੋਈ ਰੋਗ ਨਹੀਂ। ਜਿਉਂ ਵਡੇਪਾ ਹੁੰਦਾ ਤੇ ਉਹਦਾ ਰੋਗ ਵੱਧਦੇ ਜਾਂਦੇ, ਸਰੀਰ ਰੋਗੀ ਹੁੰਦਾ ਜਾਂਦਾ। ਔਰ ਇਸੇ ਤਰ੍ਹਾਂ ਹੀ ਮਨ ਹੈ, ਪਹਿਲਾਂ ਜਦੋਂ ਬੱਚਾ ਹੁੰਦਾ ਉਹਦੇ ਇੰਨੇ ਵਿਚਾਰ ਨਹੀਂ ਹੁੰਦੇ, ਉਹਦਾ ਮਨ ਘੱਟ ਰੋਗੀ ਹੁੰਦਾ। ਜਦੋਂ ਉਮਰ ਵੱਧਦੀ ਜਾਂਦੀ, ਜਵਾਨ ਹੋ ਜਾਂਦਾ, ਉਹ ਰੋਗ ਹੋਰ ਵੱਧ ਜਾਂਦੇ, ਹੋਰ ਮਨ ਸ਼ਾਂਤ ਹੋ ਜਾਂਦਾ। ਜਦੋਂ ਵਡੇਪਾ ਆ ਜਾਂਦਾ, ਉਹ ਰੋਗ ਹੋਰ ਵੱਧ ਜਾਂਦੇ, ਹੋਰ ਮਨ ਸ਼ਾਂਤ ਹੋ ਜਾਂਦਾ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ, ਕਿਆ ਗੱਭਰੂ ਕਿਆ ਵਿਰਧ ਹੈ, ਮਨਮੁਖ ਅੰਤਰ ਤ੍ਰਿਸ਼ਨਾ ਭੁੱਖ ਨਾ ਜਾਏ। ਬਈ ਜਿਹੜਾ ਮਨਮੁਖ ਹੈ ਉਹ ਕੀ ਗੱਭਰੂ ਤੇ ਕੀ ਵਿਰਧ, ਬਈ ਉਹ ਦੋਵੇਂ ਹੀ ਰੋਗੀ ਨੇ। ਚਾਹੇ ਗੱਭਰੂ ਹੈ, ਜਵਾਨ ਹੈ, ਤੇ ਚਾਹੇ ਵਿਰਧ ਹੈ, ਉਹ ਵੀ ਰੋਗੀ। ਸੋ ਮਨਮੁਖ ਹੈ ਜਿਹੜਾ, ਉਹ ਤਾਂ ਸਦਾ ਹੀ ਰੋਗੀ ਰਹਿੰਦਾ, ਕਿਉਂਕਿ ਉਹਦਾ ਮਨ ਹੈ ਜਿਹੜਾ, ਉਹਦੇ ਮਨ ਨੂੰ ਸੁੱਖ ਨਹੀਂ ਹੈ, ਸ਼ਾਂਤੀ ਨਹੀਂ ਹੈ। ਮਨ ਕਰਕੇ ਉਹ ਰੋਗੀ ਹੋਇਆ ਹੋਇਆ, ਚਾਹੇ ਬੱਚਾ ਹੈ, ਚਾਹੇ ਜਵਾਨ ਹੈ, ਤੇ ਚਾਹੇ ਵਿਰਧ ਹੈ। ਮਨ ਕਰਕੇ ਸਤਿਗੁਰੂ ਕਹਿੰਦੇ ਜੀਵ ਰੋਗੀ ਨੇ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਈ ਸਤਿਗੁਰੂ ਗੁਰੂ ਰੋਗ ਤੋਂ ਰਹਿਤ, ਬਾਕੀ ਜਿਹੜੇ ਮਨ ਸੀ ਸਾਡੇ ਸਭ ਦੇ ਰੋਗੀ ਹੋ ਗਏ।
ਹੁਣ ਜੇ ਸਾਨੂੰ ਸਰੀਰ ਕਰਕੇ ਕੋਈ ਰੋਗ ਲੱਗਦਾ ਹੈ, ਸਰੀਰ ਦੇ ਨਾਲ ਅਸੀਂ ਜੁੜੇ ਹੋਏ ਹਾਂ, ਤਨ ਦੇ ਨਾਲ, ਇਹਨੂੰ ਮਾਇਆ ਕਹਿੰਦੇ, ਇਹਦੇ ਨਾਲ ਇੰਨਾ ਪਿਆਰ ਪਾਇਆ, ਇਹਨੂੰ ਕੋਈ ਦੁੱਖ ਤਕਲੀਫ ਹੁੰਦੀ ਇਹਦੇ ਵਾਸਤੇ ਭੱਜਦੇ ਹਾਂ, ਡਾਕਟਰਾਂ ਪਾਸ ਜਾਂਦੇ ਹਾਂ, ਹੋਰ ਜਿੱਥੇ ਕੋਈ ਦੱਸਦਾ ਉੱਥੇ ਜਾਂਦੇ ਹਾਂ ਵੀ ਇਹਨੂੰ ਕਿਵੇਂ ਨਾ ਕਿਵੇਂ ਠੀਕ ਹੋ ਜਾਵੇ। ਪਰ ਸਾਨੂੰ ਮਨ ਦਾ ਨਾ ਗਿਆਨ ਹੋਣ ਕਰਕੇ, ਮਨ ਦਾ ਨਾ ਭੇਦ ਹੋਣ ਕਰਕੇ ਅਸੀਂ ਮਨ ਦੇ ਦੁੱਖਾਂ ਵਾਸਤੇ ਕੋਈ ਦਾਰੂ ਨਹੀਂ ਲੈਂਦੇ। ਸਾਡੀ ਦੌੜ ਹੈ ਜਿਹੜੀ ਸੰਸਾਰ ਦੀ, ਇਹ ਸਿਰਫ ਇਹ ਸਰੀਰ ਤੱਕ ਹੈ, ਤਨ ਵਾਸਤੇ। ਮਨ ਦੇ ਰੋਗਾਂ ਦਾ ਨਾ ਭੇਦ ਹੋਣ ਕਰਕੇ, ਨਾ ਮਨ ਦਾ ਭੇਦ ਹੋਣ ਕਰਕੇ ਜੀਵ ਮਨ ਵਾਸਤੇ ਕੁਝ ਕਰ ਹੀ ਨਹੀਂ ਰਿਹਾ। ਹੁਣ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਸਤਿਗੁਰੂ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਿਹੜਾ ਸਾਡਾ ਮਨ ਹੈ, ਪਹਿਲਾਂ ਸਾਡੇ ਮਨ ਨੂੰ ਰੋਗ ਲੱਗਦਾ, ਉਸ ਤੋਂ ਬਾਅਦ ਦੇ ਵਿੱਚ ਫਿਰ ਸਾਡੇ ਤਨ ਦੇ ਵਿੱਚ ਰੋਗ ਪ੍ਰਵੇਸ਼ ਹੁੰਦੇ। ਇਹ ਸਾਨੂੰ ਭੇਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 550 ਸਾਲ ਪਹਿਲਾਂ ਦਿੱਤੇ, ਜਿਹਨੂੰ ਅੱਜ ਹੁਣ ਜਿਹੜੇ ਵੱਡੇ ਡਾਕਟਰ ਨੇ ਉਹਨਾਂ ਨੇ ਮੰਨਣਾ ਸ਼ੁਰੂ ਕੀਤਾ ਬਈ ਪਹਿਲਾਂ ਜੀਵ ਦਾ ਮਨ ਰੋਗੀ ਹੁੰਦਾ, ਉਸ ਤੋਂ ਬਾਅਦ 'ਚੋਂ ਤਨ ਰੋਗੀ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿੰਨਾ ਸਮਾਂ ਇਹ ਪਹਿਲਾਂ ਦੱਸਿਆ, ਅਤੇ ਉਹਨਾਂ ਨੇ ਫਿਰ ਸਾਨੂੰ ਇਹ ਮਨ ਦੇ ਰੋਗ ਵੀ ਦੱਸੇ ਅਤੇ ਰੋਗਾਂ ਦਾ ਦਾਰੂ ਵੀ ਦੱਸਿਆ ਵੀ ਇਹ ਮਨ ਦੇ ਰੋਗਾਂ ਦਾ ਦਾਰੂ ਕੀ ਹੈ ਅਤੇ ਇਹਦੇ ਰੋਗ ਠੀਕ ਕਿਵੇਂ ਹੋਣੇ। ਮਹਾਰਾਜ ਕਹਿੰਦੇ ਵੀ ਮਨ ਨੂੰ ਜਿਹੜੇ ਰੋਗ ਲੱਗਦੇ ਉਹ ਤਾਂ ਲੱਗਦੇ ਜਦੋਂ ਇੱਧਰ ਆ ਕੇ ਪਰਮੇਸ਼ਰ ਨੂੰ ਭੁੱਲ ਜਾਂਦਾ, ਮਾਲਕ ਤੋਂ ਜਦੋਂ ਇਹ ਬੇਮੁਖ ਹੋ ਜਾਂਦਾ, ਮਾਲਕ ਨੂੰ ਦੇਖਦਾ ਨਹੀਂ, ਇਹਨੂੰ ਪਤਾ ਹੀ ਨਹੀਂ ਪਰਮਾਤਮਾ ਕਿੱਥੇ, ਉਹ ਤੋਂ ਬੇਮੁਖ ਹੋ ਗਿਆ। ਜੋ ਹੁਕਮ ਸੀ ਮਨ ਵਾਸਤੇ, ਹੁਕਮ ਤੋਂ ਆਕੀ ਹੋ ਗਿਆ, ਹੁਕਮ ਦਾ ਵੀ ਨਹੀਂ ਪਤਾ ਵੀ ਹੁਕਮ ਕੀ ਹੈ ਮੇਰੇ ਵਾਸਤੇ। ਮਾਲਕ ਤੋਂ ਵੀ ਬੇਮੁਖ ਹੋ ਗਿਆ, ਜਿਹੜਾ ਹੁਕਮ ਸੀ ਸ਼ਬਦ ਗੁਰੂ, ਉਹ ਤੋਂ ਵੀ ਟੁੱਟ ਗਿਆ। ਜਦੋਂ ਫਿਰ ਇਹ ਮਾਲਕ ਤੋਂ ਬੇਮੁਖ ਹੋ ਜਾਂਦਾ, ਹੁਕਮ ਤੋਂ ਆਕੀ ਹੋ ਜਾਂਦਾ, ਫਿਰ ਉਦੋਂ ਇਹ ਮਨ ਨੂੰ ਰੋਗ ਲੱਗਦੇ, ਐਸੇ ਰੋਗ ਲੱਗਦੇ ਜਿਹਦਾ ਇਹ ਸੰਸਾਰੀ ਦੁਨਿਆਵੀ ਵੈਦ, ਦੁਨਿਆਵੀ ਡਾਕਟਰ ਕੋਈ ਇਲਾਜ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਕਿਉਂ ਰੋਗ ਲੱਗਦੇ, ਦੱਸਦੇ ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਮਾਲਕ ਨੂੰ, ਪਤੀ ਨੂੰ, ਖਸਮ ਨੂੰ ਵਿਸਾਰ ਕੇ ਇਧਰ ਮਨ ਸੀ ਜਿਹੜਾ ਰਸਾਂ ਖਸਾਂ ਦੇ ਵਿੱਚ ਪੈ ਗਿਆ, ਸੰਸਾਰ ਦੇ ਵਿੱਚ, ਮਾਇਆ ਦੇ ਵਿੱਚ ਰਸ ਭੋਗਣ ਲੱਗ ਗਿਆ। ਅੱਖਾਂ ਨੂੰ ਦੇਖਣ ਦਾ ਰਸ ਮਾਇਆ ਨੂੰ, ਪਰਮਾਤਮਾ ਨੂੰ ਦੇਖਣਾ ਛੱਡ ਦਿੱਤਾ ਅਤੇ ਮਾਇਆ ਨੂੰ ਦੇਖੀ ਜਾਂਦੇ। ਇਹ ਜਿਹੜੇ ਕੰਨ ਸੀ, ਕੰਨਾਂ ਨੂੰ ਸੁਣਨ ਦਾ ਰਸ, ਕਿਤੇ ਤਾਂ ਮਾਲਕ ਦੀ ਆਵਾਜ਼ ਸੁਣਨੀ ਸੀ, ਕਿਤੇ ਸੰਸਾਰ ਦੀਆਂ ਸੁਣਨੀਆਂ ਸ਼ੁਰੂ ਕਰ ਦਿੱਤੀ। ਇਹ ਰਸਨਾ ਨੂੰ ਬਾਹਰੀ ਸਵਾਦਾਂ ਦਾ ਰਸ, ਅਤੇ ਇਸ ਤਰ੍ਹਾਂ ਅਸੀਂ ਮਾਲਕ ਨੂੰ ਵਿਸਾਰ ਕੇ ਫਿਰ ਮਹਾਰਾਜ ਕਹਿੰਦੇ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਬਈ ਜਿਹੜੀ ਇਹ ਮਾਇਆ, ਇਹਨੂੰ ਸਾਡਾ ਮਨ ਮਿੱਠੀ ਕਰਕੇ ਖਾਂਦਾ, ਪਰ ਇਹਦਾ ਜਿਹੜਾ ਸਵਾਦ ਇਹ ਕੜੱਤਣ ਵਾਲਾ, ਬਾਅਦ 'ਚੋਂ ਕੌੜਾਪਨ ਹੈ। ਸਤਿਗੁਰੂ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਬਈ ਜਿੰਨੇ ਸਰੀਰ ਦੇ ਰਸ ਨੇ, ਜਿੰਨੇ ਰਸਾਂ ਕਸਾਂ 'ਚ ਜਾਂਦਾ, ਉਨਾ ਹੀ ਇਹ ਦੁਖੀ ਹੁੰਦਾ, ਉਨਾ ਹੀ ਮਨ ਦੇ ਰੋਗ ਇਹ ਵੱਧਦੇ ਜਾਂਦੇ। ਸਤਿਗੁਰੂ ਕਹਿੰਦੇ ਜੇਤੇ ਰਸ ਸਰੀਰ ਕੇ ਤੇਤੇ ਉਪਜੇ ਰੋਗ। ਬਈ ਜਿੰਨੇ ਇਹ ਸਰੀਰ ਦੇ ਰਸ ਭੋਗਦਾ, ਉਨਾ ਹੀ ਫਿਰ ਰੋਗੀ ਹੁੰਦਾ ਜਾਂਦਾ, ਹੋਰ ਅੱਗੇ ਦੀ ਅੱਖੀ। ਮਨ ਸੀ ਜਿਹੜਾ, ਉਹਦੇ ਰੋਗ ਹੋਰ ਵੱਧਦੇ ਜਾਂਦੇ, ਗਾਂ ਦੀ ਗਾਂ। ਸੋ ਐਸੀ ਵਾਸਤੇ ਸਤਿਗੁਰੂ ਕਹਿੰਦੇ ਬਈ ਇਹ ਜਿਹੜਾ ਹੁਣ ਸਾਡੇ ਮਨ ਨੂੰ ਰੋਗ ਲੱਗੇ, ਇਹ 5, ਜਿਵੇਂ ਸਤਿਗੁਰੂ ਉਦਾਹਰਨ ਦਿੰਦੇ ਗੁਰਬਾਣੀ 'ਚ
ਬਈ ਇੱਕ ਮਿਰਗ ਉਹਨੂੰ ਰੋਗ ਲੱਗੇ ਸੁਣਨ ਦਾ। ਸ਼ਿਕਾਰੀ ਨੇ ਜਦੋਂ ਉਹਨੂੰ ਫੜਨਾ ਉਹ ਸ਼ਬਦ ਵਜਾਉਂਦਾ ਹੈ, ਉਹ ਇੰਨਾ ਮਸਤ ਹੋ ਜਾਂਦਾ ਵੀ ਆਪਦੇ ਆਪ ਨੂੰ ਬਣਾ ਦਿੰਦਾ, ਉਹਦੀ ਸੁੱਧ ਬੁੱਧੀ ਭੁੱਲ ਜਾਂਦੀਆਂ। ਪਤੰਗਾ ਹੈ ਉਹਨੂੰ ਰੋਗ ਲੱਗ ਗਿਆ ਦੇਖਣ ਦਾ, ਲਾਈਟ ਦੇ ਨਾਲ ਇੰਨਾ ਪਿਆਰ ਕਰਦਾ, ਦੀਵੇ ਦੇ ਨਾਲ ਜਦੋਂ ਜਾਂਦਾ ਉਹ ਲਾਈਟ ਦੇ ਤੇ ਉਹਦੇ ਵਿੱਚ ਹੀ ਸਾੜ ਦਿੰਦਾ ਆਪਦੇ ਆਪ ਨੂੰ। ਭੌਰਾ ਹੈ ਉਹਨੂੰ ਰੋਗ ਲੱਗ ਗਿਆ ਖੁਸ਼ਬੂ ਦਾ, ਸੁੰਘਣ ਦਾ, ਐਸਾ ਰੋਗ ਲੱਗਿਆ ਉਹਦੇ ਵਿੱਚ ਆਪਦੇ ਆਪ ਨੂੰ ਬਣਾ ਦਿੰਦਾ। ਸਤਿਗੁਰੂ ਕਹਿੰਦੇ ਹਾਥੀ ਹੈ ਉਹਨੂੰ ਰੋਗ ਲੱਗ ਗਿਆ ਕਾਮ ਦਾ, ਐਸਾ ਰੋਗ ਲੱਗਿਆ ਉਹ ਆਪਦੇ ਆਪ ਨੂੰ ਬਣਾ ਦਿੰਦਾ, ਸ਼ਿਕਾਰੀ ਨੂੰ ਫੜ ਲੈਂਦਾ। ਮਹਾਰਾਜ ਕਹਿੰਦੇ ਭ੍ਰਿਗ ਮੀਨ ਭ੍ਰਿੰਗ ਕੁੰਚਰ ਪਤੰਗ ਦੋਖ ਏਕ ਬਨਾਸ, ਪਾਂਚ ਰੋਗ ਸਾਧ ਜਾਮੇ ਤਾਕੀ ਕੀਤਕਾਸ। ਵੀ ਇਹਨਾਂ ਨੂੰ ਇੱਕ ਇੱਕ ਰੋਗ ਲੱਗਿਆ, ਮਿਰਗ ਨੂੰ, ਮੀਨ ਮੱਛੀ ਨੂੰ। ਮੱਛੀ ਨੂੰ ਰੋਗ ਹੈ ਜੀਭ ਦਾ, ਬਈ ਜਦੋਂ ਉਹਨੂੰ ਰਸ ਹੈ ਤੇ ਉਹਦੀ ਖਾਤਰ ਉਹ ਕੁੰਡੀ ਦੇ ਵਿੱਚ ਫਸ ਜਾਂਦੀ। ਇਸੇ ਤਰ੍ਹਾਂ ਹੀ ਭੌਰੇ ਨੂੰ ਹੈ, ਹਾਥੀ ਨੂੰ ਹੈ, ਪਤੰਗੇ ਨੂੰ ਹੈ, ਇੱਕ ਇੱਕ ਰੋਗ ਲੱਗੇ। ਮਾਰੇ ਕਹਿੰਦੇ ਵੀ ਇਨਸਾਨ ਨੂੰ, ਮਾਨਸ ਨੂੰ ਇਹ ਪੰਜੀ ਲੱਗ ਗਈ, ਦ੍ਰਿਸ਼ਟੀ ਦਾ ਵੀ ਲੱਗ ਗਿਆ, ਦੇਖਣ ਦਾ ਵੀ ਰੋਗ ਲੱਗਾ, ਮਾਇਆ ਨੂੰ ਦੇਖੀ ਜਾਂਦਾ। ਜਿਹੜੇ ਕੰਨ ਨੇ ਕੰਨਾਂ ਨੂੰ ਵੀ ਸੁਣਨ ਦਾ ਵੀ ਰੋਗ ਲੱਗ ਗਿਆ, ਸੰਸਾਰ ਦੀਆਂ ਗੱਲਾਂ ਨਿੰਦਿਆ ਚੁਗਲੀ ਬੜੀ ਪਿਆਰੀ ਲੱਗਦੀ। ਰਸਨਾ ਨੂੰ ਵੀ ਰੋਗ ਲੱਗਿਆ, ਸਵਾਦਾਂ ਤੋਂ ਬਾਰੀ ਰਸਾਂ ਕਸਾਂ 'ਚ ਪਿਆ ਜਾਣੀ ਦੀ। ਇਹਨੂੰ ਸਾਰੀ ਰੋਗ ਨੇ। ਅਤੇ ਮਹਾਰਾਜ ਕਹਿੰਦੇ ਜਿਹਨੂੰ ਪੰਜ ਲੱਗੇ ਉਹਦੀ ਤਾਂ ਆਸ ਕਾਹਦੀ ਤਾਰਨ ਦੀ, ਉਹ ਤਾਂ ਡੁੱਬੇ ਗਏ ਡੁੱਬੇ, ਉਹ ਤਾਂ ਮਰੇਗਾ ਹੀ ਮਰੇਗਾ। ਇਹਨਾਂ ਨੂੰ ਤਾਂ ਇੱਕ 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 ਕਰਕੇ ਆਪਦੇ ਆਪ ਨੂੰ ਬਣਾ ਦਿੰਦੇ, ਇਹਨਾਂ ਦਾ ਖਾਤਮਾ ਹੋ ਜਾਂਦਾ। ਅਤੇ ਜਿਹਨੂੰ ਪੰਜ ਚੁਪੜੇ ਸਤਿਗੁਰੂ ਕਹਿੰਦੇ ਵੀ ਉਹ ਕਿਵੇਂ ਤਰੇ। ਸੋ ਐਸੀ ਅਵਸਥਾ 'ਚ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜਦੋਂ ਇਹ ਸਾਨੂੰ ਰੋਗ ਲੱਗ ਜਾਂਦੇ, ਅੱਖਾਂ ਨੂੰ ਰੋਗ ਲੱਗ ਗਿਆ ਦੇਖਣ ਦਾ ਮਾਇਆ ਨੂੰ, ਕੰਨਾਂ ਨੂੰ ਰੋਗ ਲੱਗ ਗਿਆ, ਰਸਨਾ ਨੂੰ ਲੱਗ ਗਿਆ, ਇਹ ਸਾਰੇ ਰੋਗ ਲੱਗ ਗਏ। ਅਤੇ ਇਹਨਾਂ ਰੋਗਾਂ ਦੇ ਵਿੱਚ ਪੈ ਗਏ, ਰਸਾਂ ਦੇ ਵਿੱਚ ਪੈ ਗਈ, ਫਿਰ ਮਨ ਗਾਂ ਦੀ ਗਾਂ ਹੋਰ ਰੋਗੀ ਹੋਈ ਜਾਂਦੀ। ਫਿਰ ਸਤਿਗੁਰੂ ਕਹਿੰਦੇ ਵੀ ਐਸੇ ਰੋਗ ਇਹਨੂੰ ਲੱਗਦੇ ਵੀ ਜਿਹਦਾ ਸੰਸਾਰੀ ਵੈਦਾਂ ਕੋਲ ਕੋਈ ਇਲਾਜ ਨਹੀਂ। ਹੁਣ ਇਹਦਾ ਇਲਾਜ ਹੋ ਸਕਦਾ ਜੇ ਅਸੀਂ ਗੁਰੂ ਦੀ ਮੱਤ ਲਈਏ, ਜੇ ਅਸੀਂ ਸਤਸੰਗ 'ਚ ਆਈਏ ਅਤੇ ਫਿਰ ਸਾਨੂੰ ਪਤਾ ਲੱਗਦਾ ਵੀ ਰੋਗ ਕਿਹੜੇ ਨੇ। ਨਹੀਂ ਤਾਂ ਆਮ ਜੀਵਨ ਨੂੰ ਤਾਂ ਸਿਰਫ ਸਰੀਰ ਦੇ ਰੋਗਾਂ ਦਾ ਪਤਾ, ਜੇ ਉਹਨੂੰ ਕੁਛ ਦੁਖਦਾ ਹੈ ਉਹਨੂੰ ਤਾਂ ਪਤਾ ਵੀ ਮੇਰਾ ਆਹ ਸਰੀਰ ਦਾ ਦੁੱਖ ਰਿਹਾ। ਉਹਨੂੰ ਮਨ ਦਾ ਤਾਂ ਪਤਾ ਹੀ ਨਹੀਂ ਵੀ ਮਨ ਦਾ ਕੀ ਦੁਖਦਾ, ਮਨ ਨੂੰ ਕਿਹੜੇ ਰੋਗ ਲੱਗੇ। ਸੋ ਇਸ ਵਾਸਤੇ ਜੇ ਹੁਣ ਸਾਨੂੰ ਇਹ ਮਨ ਦਾ ਭੇਤ ਆ ਜੀ ਵੀ ਅਸਲ ਰੋਗ ਸਾਡੇ ਮਨ ਨੂੰ ਨੇ, ਜੇ ਸਾਡੇ ਮਨ ਦੇ ਰੋਗ ਠੀਕ ਹੋ ਜਾਣ, ਇਹ ਸਰੀਰ ਹੈ ਜਿਹੜਾ, ਇਹਨੂੰ ਸਰੀਰ ਨੂੰ ਬਹੁਤੀਆਂ ਬਿਮਾਰੀਆਂ ਤੇ ਮਨ ਆਪ ਹੀ ਠੀਕ ਕਰ ਲੈਂਦਾ। ਕਿਉਂਕਿ ਜ਼ਿਆਦਾ ਜੀਵਾਂ ਨੇ ਜਿਹੜੀਆਂ ਸਰੀਰ ਨੂੰ ਬਿਮਾਰੀਆਂ ਮਾਨਸਿਕ ਤੌਰ 'ਤੇ ਲੱਗੀਆਂ ਹੋਈਆਂ। ਜਿਵੇਂ ਹੁਣ ਦਿਨ ਰਾਤ ਜੀਵ ਨੂੰ ਚਿੰਤਾ ਲੱਗੀ, ਫਿਕਰ ਲੱਗੇ, ਅਤੇ ਉਹਦੇ ਆਪ ਹੀ ਸਰੀਰ 'ਚ ਰੋਗ ਪੈਦਾ ਹੋ ਜਾਣਗੇ ਜੇ ਅਸੀਂ ਸੋਚੀ ਜਾਵਾਂਗੇ ਸੋਚੀ ਜਾਵਾਂਗੇ। ਜਿਵੇਂ ਕਲਯੁਗ ਦਾ ਸਮਾਂ ਹੈ, ਗੁਰੂ ਨਾਨਕ ਦੇ ਘਰ ਨੇ ਜੋ ਭਵਿੱਖਬਾਣੀ ਕੀਤੀ, ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਗੁਰੂ ਵਿੱਚ, ਬਈ ਇਹ ਕਲਯੁਗ ਦੇ ਸਮੇਂ ਦੇ ਵਿੱਚ ਐਸੇ ਜੀਵ ਤਰੱਕੀ ਕਰਨਗੇ, ਵਿਗਿਆਨ ਬਈ ਐਸੇ ਸ਼ਸਤਰ ਬਣਾ ਲੈਣਗੇ ਵੀ ਜਿੱਥੇ ਲੱਖਾਂ ਜੀਵ ਕੰਮ ਕਰਦਾ ਅਤੇ ਉੱਥੇ ਇੱਕ ਜੀਵ ਹੀ ਸਾਂਭ ਲਏਗਾ ਲੱਖਾਂ ਦਾ ਕੰਮ, ਅਤੇ ਬਾਕੀ ਜੀਵ ਵਿਹਲੇ ਹੋ ਜਾਣਗੇ ਕੰਮਾਂ 'ਚ। ਜੇ ਹੁਣ ਅਸੀਂ ਇਹ ਬ੍ਰਹਮ ਦਾ ਗਿਆਨ ਨਹੀਂ ਲਵਾਂਗੇ ਅਤੇ ਜੀਵਾਂ ਦੀ ਸੋਚ ਇੰਨੀ ਵੱਧ ਜਾਏਗੀ, ਉਹਨਾਂ ਨੂੰ ਇੰਨੀ ਚਿੰਤਾ ਫਿਕਰ ਲੱਗ ਜਾਣਗੇ, ਉਹਨਾਂ ਦੀ ਰਾਤਾਂ ਦੀ ਨੀਂਦ ਹੀ ਉੱਡ ਜਾਏਗੀ, ਉਹਨੂੰ ਨੀਂਦ ਹੀ ਨਹੀਂ ਆਉਣੀ। ਇਹ ਫਿਕਰਾਂ ਦੇ ਵਿੱਚ, ਚਿੰਤਾ ਦੇ ਵਿੱਚ ਵੀ ਅਸੀਂ ਖਾਵਾਂਗੇ ਕੀ,
मालक ते भरोसा नहीं, क्योंकि ज्ञान नहीं, गुरु की मत नहीं भी जिन्हें सानू पैदा किया उन्हें सानू रिजक भी देना, उन्हें साड़ी पालना पोषणा भी करनी। मालक ते भरोसा नहीं, मालक ते प्रतीत नहीं रहनी, तो वो इन्ने रोगी हो जाएंगे बई जीव 2-4 दिन जे ना सौवे तो वो दिमागी तौर पर कमला हो जाएगा, पागल हो जाएंगे लोग। इन्ना उन्होंने जीवन का संतुलन बिगड़ जाएगा। तो महाराज कहते भी असंख्यां की गिणती दे विच फिर ऐसे मूर्ख जीव इकट्ठे हो जाएंगे, वो एक दूसरे नूं वढ़ना शुरू कर देंगे, एक दूसरे के गल कट्टने शुरू कर देंगे बई सानू हुण होर तां कितों मिलेगा नहीं, भी जितों मिलता भी वह गल कट्टो वढ़ दो। सो ये फिर महाराज आपां नूं रोज़ समझाउंदे गुरु नानक पातशाह, ये भविष्यवाणी भी आने वाला समा असंख मूर्ख अंध घोर, असंख चोर हराम खोर, असंख गल वढ हत्या कमाई, असंख पापी पाप कर जाए। बई ये जीव असंखां की गिणती च इकट्ठे हो जाएंगे, उठ खड़नगे जे उन्होंने सत्संगत ना की, जे ना असी ब्रह्म का ज्ञान लिया, इदां दे हालात होणगे आने वाले समय विच। जे हुण असी गुरु की मत ले लीए, जे असी ये ब्रह्म का ज्ञान ले लीए, ब्रह्म का ज्ञान सानू मालक ते भरोसा दिवाउंदा, सानू मालक ते प्रतीत आउंदी बई जिन्हें सानू पैदा किया उन्हें सानू रिजक भी देना, उन्हें साडी पालना पोषणा भी करनी, सानू फिक्र करने की लोड़ नहीं, चिंता करने की लोड़ नहीं। महाराज ताइयों सानू समझाउंदे कहंदे नानक चिंता मत करो, चिंता तिस ही है, बई तू चिंता ना कर, मालक नू चिंता, सो करता चिंता करे जिन्ना पाया जग। जिमें हुण आपां नूं तां परिवार की चिंता भी किड्डा क परिवार साडा 5-7 जी होवांगे, सानू दिन रात उन्हां दी चिंता वड्ड खाई जाती, पता नहीं की होना। तो मालक का एडा वड्डा परिवार है, 84 लाख जून, उन्होंने सब की चिंता, सब का फिक्र है। मालक हर एक जीव नूं रिजक पड़ाउंदा, पत्थरां 'च जीव पैदा किए उत्थे भी उन्हों का रिजक, उत्थे भी उन्होंने सवास दे के जिउंदा रख। महाराज आपन रोज़ समझाउंदे सैल पत्थर में जंत पाया, ताका रिजक आगी कर धरिया, भी वो पत्थरां दे विच भी जीवां नूं रिजक पड़ाउंदा, उत्थे भी उन्हां दी पालना पोषण करदा। हुण मन नूं समझाउंदे भी जे उन्हां नूं पाल सकदा भी की तैनूं नहीं देगा। हुण ये मानस जामा जिहड़ा सानू मिलिया है तो 84 लाख जून तो उत्तम है, इहदे विच सानू सब तो वध ज्ञान दिता मालक ने, पर जिन्ना सानू ज्ञान दिता सी वो सानू ना सोझी होने करके, अज्ञानता च जाण करके सानू मालक दे भरोसा ही नहीं, प्रतीत ही नहीं उहदे च। बाकी जिहड़े जीव उन्हां नूं मालक दे भरोसा भी भी जिन्हें सानू पैदा किया उन्हें सानू रिजक भी देना ही, वो इकट्ठा ही नहीं करते, क्योंकि उन्होंने पता है भी अज आए हैं तो साडा मालक ने देना ही देना है, कल नूं फिर आवांगे तो फिर मालक ने दे देना, वो इकट्ठा नहीं करते आपदे बस। सिर्फ एक मानस ही ऐसा है भी जिहड़ा सारी उम्र इकट्ठा ही करता रहे, ज्यों उम्र संभालदा लगदा इकट्ठा करन, पहला आपदे वास्ते फिर आपदे बच्चों वास्ते, गां फिर उन्होंने बच्चों वास्ते, पता नहीं किहदे वास्ते इकट्ठा कीती जांदा, ते इहनूं भरोसा ही नहीं। फिर भी नाले इन्ना इकट्ठा करन दे बावजूद भी फिर भी नहीं भरोसा, बई फिर सोचदा भी की भुखा ना मर जागा, मेरे बच्चे ना भुखे मर जाण। सो महाराज सच्चे पातशाह फिर समझाउंदे आपां नूं भगत धन्ना जी, बई एक कछू गुम्मा है, पानी दे विच रहिंदा, जदों ने बच्चे पैदा करने वो बाहर आउंदा पानी तो, बाहर रेते दे विच अंडे दे जांदी कछू गुम्मी, फिर पानी च चली जांदी, और अंडियां दे विचों बाहर बच्चे निकलदे,
ਫਿਰ ਉਹ ਬੱਚੇ ਵੱਡੇ ਹੁੰਦੇ। ਹੁਣ ਉਹ ਪਾਣੀ ਦੇ ਵਿੱਚ, ਹੁਣ ਉਹਦੇ ਆਂਡਿਆਂ ਨੂੰ ਕੌਣ ਸਾਂਭਦਾ ਅਤੇ ਕਿਵੇਂ ਉਹਦੇ ਵਿੱਚੋਂ ਬੱਚੇ ਨਿਕਲਦੇ, ਫਿਰ ਬੱਚਿਆਂ ਨੂੰ ਕੌਣ ਖਵਾਉਂਦਾ, ਕੌਣ ਪਿਆਉਂਦਾ। ਉਹ ਆਪਦਾ ਪਾਣੀ ਦੇ ਵਿੱਚ ਜਦੋਂ ਵੱਡੇ ਹੋ ਜਾਂਦੇ, ਇਸ ਕਾਬਲ ਹੋ ਜਾਂਦੇ ਤੁਰਨ ਦੇ, ਫਿਰ ਉਹ ਪਾਣੀ ਦੇ ਵਿੱਚ ਜਾਂਦੇ। ਉਹਨਾਂ ਸਮਾਂ ਪਾਣੀ ਤੋਂ ਬਾਹਰ ਹੀ ਰਹਿੰਦੇ, ਰੇਤੇ ਦੇ ਵਿੱਚ। ਹੁਣ ਮਹਾਰਾਜ ਕਹਿੰਦੇ ਵੀ ਉਹ ਜਿਹੜੀ ਕੱਛੂ ਕੁੰਮੀ ਵੀ ਨਾ ਤਾਂ ਉਹਦੇ ਥਣ ਲੱਗੇ ਨੇ ਵੀ ਉਹਦੇ ਦੁੱਧ ਆਉਂਦਾ ਹੋਵੇ ਵੀ ਉਹਦੇ ਬੱਚੇ ਉਹਦਾ ਦੁੱਧ ਪੀ ਲੈਣ, ਨਾ ਹੀ ਉਹਨੂੰ ਕੋਈ ਫਰ ਲੱਗੇ ਨੇ, ਖੰਭ ਲੱਗੇ ਨੇ ਵੀ ਉਹ ਉੱਡ ਕੇ ਕਿਸੇ ਪਾਸੇ ਚਲੇ ਜਾਣ ਵੀ ਉਹਨਾਂ ਨੂੰ ਉਹਨਾਂ ਦੀ ਖੁਰਾਕ ਮਿਲ ਜੇ। ਮਾਲਕ ਉਹਨਾਂ ਨੂੰ ਉੱਥੇ ਹੀ ਉਹਨਾਂ ਦਾ ਰਿਜ਼ਕ ਦਿੰਦਾ। ਮਾਰੇ ਕਹਿੰਦੇ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਕੀਰਤਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਮਨ ਨੂੰ ਕਹਿੰਦੇ ਵੀ ਦੇਖ ਕੇ ਸਮਝ, ਉਹਨਾਂ ਨੂੰ ਗਿਆਨ ਲੈ ਵੀ ਉਹ ਕੁੰਮੀ ਦਾ ਜਲ ਦੇ ਵਿੱਚ ਉਹਨੂੰ ਨਾ ਖੰਭ ਲੱਗੇ ਨੇ ਅਤੇ ਨਾ ਉਹਦੇ ਬੱਚਿਆਂ ਨੂੰ ਵੀ ਉਹ ਉੱਡ ਸਕਣ, ਅਤੇ ਨਾ ਉਹਦੇ ਦੁੱਧ ਆਉਂਦਾ ਹੈ ਬਈ ਫਿਰ ਵੀ ਮਾਲਕ ਉਹਨਾਂ ਨੂੰ ਰਿਜ਼ਕ ਦਿੰਦਾ। ਫਿਰ ਸਤਿਗੁਰੂ ਕਹਿੰਦੇ ਵੀ ਇੱਕ ਪੱਥਰ ਹੈ, ਪੱਥਰ ਦੇ ਵਿੱਚ ਕੋਈ ਰਾਹ ਨਹੀਂ, ਸਾਰੇ ਪਾਸਿਓਂ ਪੱਥਰ ਬੰਦ ਹੈ, ਉਹਦੇ ਵਿੱਚ ਕੀੜਾ ਹੈ, ਅੰਦਰ ਜੀਵ ਰਹਿੰਦੇ ਉਹਦੇ। ਮਾਲਕ ਉਹ ਜੀਵ ਨੂੰ ਵੀ ਉੱਥੇ ਵੀ ਦਿੰਦਾ ਵੀ ਇਹ ਨਹੀਂ ਵੀ ਉਹਦੇ ਵਿੱਚ ਕੋਈ ਰਸਤਾ ਜਾਂਦਾ ਹੋਵੇ, ਕੋਈ ਰਸਤਾ ਵੀ ਨਹੀਂ, ਸਾਰੇ ਪਾਸਿਓਂ ਬੰਦ ਹੈ ਉਹ। ਸਤਿਗੁਰੂ ਕਹਿੰਦੇ ਪਖਾਨ ਕੀਟ ਗੁਪਤ ਹੋਏ ਰਹਿਤ, ਤਾਚੋ ਮਾਰਗ ਨਾਹੀ, ਪੂਰਨ ਪਰਮਾਨੰਦ ਮਨੋਹਰ ਮਤ ਰੇ ਜੀਤ ਰਾਹੀ। ਬਈ ਤੂੰ ਡਰ ਨਾ ਵੀ ਮਾਲਕ ਪੂਰਨ ਹੈ, ਉਹ ਪਖਾਨ ਦੇ ਵਿੱਚ ਵੀ ਉੱਥੇ ਜੀਵਨ ਨੂੰ ਰਿਜ਼ਕ ਦਿੰਦਾ। ਜਿਵੇਂ ਇੱਕ ਵਾਰ ਇੱਕ ਗੁਰਮੁਖ ਉਹ ਆਪਣੇ ਫੌਜੀ ਸੀ, ਉਹ ਸੁਣਾਉਣ ਲੱਗ ਗਏ, ਬਾਹਰ ਰਹਿੰਦੇ ਡਿਊਟੀਆਂ ਦੇ ਜੰਗਲਾਂ 'ਚ। ਉਹ ਕਹਿੰਦੇ ਵੀ ਅਸੀਂ ਪ੍ਰਸ਼ਾਦਾ ਬਣਾਉਂਦੇ ਸੀ ਵੀ ਸਾਡੇ ਕੋਲ ਤਵਾ ਤਾਂ ਹੈ ਨਹੀਂ ਸੀ, ਇੱਕ ਪੱਥਰ ਮਿਲ ਗਿਆ ਇਸ ਤਰ੍ਹਾਂ ਉਹਨਾਂ ਨੂੰ। ਉਹ ਪੱਥਰ ਮਿਲਿਆ ਅਤੇ ਕਹਿੰਦੇ ਸੀਗੇ ਚਲੋ ਇਹਦੇ 'ਤੇ ਰੋਟੀ ਬਣਾ ਲਿਆ ਕਰਾਂਗੇ। ਉਹ ਕਹਿੰਦੇ ਜਦੋਂ ਅੱਗ ਬਾਲੀ ਅਤੇ ਉਹਦੇ ਉੱਤੇ ਰੋਟੀ ਪਾਈਏ ਤਾਂ ਵਿਚਾਲਿਓਂ ਰੋਟੀ ਕੱਚੀ ਰਹਿ ਜੇ, ਬਾਕੀ ਸਾਰੀ ਪੱਕ ਜੋ, ਵਿਚਾਲਾ ਨਾ ਪੱਕੇ, ਵਿਚਾਲਿਓਂ ਕੱਚੀ ਰਹਿ ਜਾਵੇ। ਉਹ ਕਹਿੰਦੇ ਵੀ ਅਸੀਂ ਦੇਖੀਏ ਵੀ ਇਹਦੇ ਵਿੱਚ ਕੀ ਹੈ, ਵੀ ਇਹ ਇੱਥੋਂ ਪੱਕਦੀ ਕਿਉਂ ਨਹੀਂ। ਜਦੋਂ ਕਹਿੰਦੇ ਤੋੜ ਕੇ ਦੇਖਿਆ ਤਾਂ ਉਹਦੇ ਵਿੱਚ ਕੀੜਾ ਜਿਉਂਦਾ। ਮਾਲਕ ਨੇ ਉਹਨੂੰ ਦੇਖੋ ਸੇਕ ਤੋਂ ਅੱਗ ਦੇ ਉੱਤੇ ਰੱਖੇ ਵੀ ਉਹਨੂੰ ਤਤੀ ਵਾ ਨਹੀਂ ਲੱਗਣ ਦਿੱਤੀ। ਬਈ ਮਾਲਕ ਜੀਵਾਂ ਦੀ ਇੰਨੀ ਰੱਖਿਆ ਕਰਦਾ ਹੈ ਬਈ ਜਦ ਤੱਕ ਜੀਵ ਦਾ ਸਮਾਂ ਨਹੀਂ ਆਉਂਦਾ ਕਿਸੇ ਨੂੰ ਤਤੀ ਵਾ ਨਹੀਂ ਲੱਗਣ ਦਿੰਦਾ। ਇਸ ਕਰਕੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਬਈ ਜੇ ਤਾਂ ਸਾਨੂੰ ਇਹ ਬ੍ਰਹਮ ਦਾ ਗਿਆਨ ਹੋਏਗਾ, ਸਾਨੂੰ ਮਾਲਕ 'ਤੇ ਭਰੋਸਾ ਹੋਏਗਾ, ਸਾਨੂੰ ਪ੍ਰਤੀਤ ਹੋਏਗੀ, ਫਿਰ ਤਾਂ ਅਸੀਂ ਡੋਲਾਂਗੇ ਨਹੀਂ। ਜੇ ਹੁਣ ਸਾਨੂੰ ਇਹ ਗਿਆਨ ਹੀ ਨਹੀਂ, ਅਸੀਂ ਗੁਰੂ ਦੀ ਮੱਤ ਹੀ ਨਹੀਂ ਲਈ, ਅਤੇ ਸਾਡਾ ਮਨ ਤਾਂ ਛੋਟੀ ਛੋਟੀ ਗੱਲ 'ਤੇ ਡੋਲਦਾ, ਨਿੱਕੀ ਨਿੱਕੀ ਗੱਲ 'ਤੇ ਅਸੀਂ ਚਿੰਤਾ ਕਰੀ ਜਾਂਦੇ, ਫਿਕਰ ਕਰੀ ਜਾਂਦੇ ਐਵੇਂ। ਇਹੋ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹ ਰੋਗ ਨਹੀਂ ਮਨ 'ਤੇ, ਇਹ ਰੋਗੀ ਚਿੱਤ ਦੀ ਦਸ਼ਾ ਹੈ ਵੀ ਜਿਹੜਾ ਇਹ ਸਾਨੂੰ ਚਿੰਤਾ ਲੱਗੇ, ਫਿਕਰ ਲੱਗੇ, ਜਿਹੜਾ ਇਹ ਨਿੱਕੀ ਨਿੱਕੀ ਗੱਲ 'ਤੇ ਸਾਨੂੰ ਗੁੱਸਾ ਚੜ੍ਹਦਾ, ਸਾਡੇ ਅੰਦਰ ਸਹਿਣਸ਼ੀਲਤਾ ਨਹੀਂ, ਸਬਰ ਨਹੀਂ, ਸੰਤੋਖ ਨਹੀਂ, ਇਹ ਜਿਹੜਾ ਮਨ ਰੋਗੀ ਹੈ, ਇਹ ਰੋਗੀ ਚਿੱਤ ਦੇ ਲੱਛਣ। ਹੁਣ ਆਪਾਂ ਦੇਖਣਾ ਵੀ ਇਹ ਲੱਛਣ ਸਾਡੇ ਅੰਦਰ ਤਾਂ ਨਹੀਂ ਹੈ। ਸਾਨੂੰ ਨਿੱਕੀ ਨਿੱਕੀ ਗੱਲ 'ਤੇ ਐਵੇਂ ਤਾਂ ਨਹੀਂ ਗੁੱਸਾ ਚੜ੍ਹੀ ਜਾਂਦਾ, ਅਸੀਂ ਐਵੇਂ ਤਾਂ ਨਹੀਂ ਫਿਕਰ, ਐਵੇਂ ਤਾਂ ਨਹੀਂ ਚਿੰਤਾ ਕਰੀ ਜਾਂਦੇ, ਐਵੇਂ ਤਾਂ ਨਹੀਂ ਅਸੀਂ ਕਿਸੇ ਨਾਲ ਦੁਬਦਾ ਕਰੀ ਜਾਂਦੇ, ਵੈਰ ਵਿਰੋਧ ਕਰੀ ਜਾਂਦੇ, ਕਿਸੇ ਦੀ ਨਿੰਦਿਆ ਤਾਂ ਨਹੀਂ ਕਰਦੇ, ਕਿਸੇ ਨਾਲ ਈਰਖਾ ਨਫ਼ਰਤ ਤਾਂ ਨਹੀਂ ਕਰਦੇ। ਜੇ ਅਸੀਂ ਇਹ ਸਾਰਾ ਕੁਝ ਕਰਦੇ ਹਾਂ, ਸਾਡੇ ਅੰਦਰ ਇੱਕ ਵੀ ਲੱਛਣ ਹੈਗਾ, ਇਹਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਇਹੋ ਦੱਸਦਾ ਵੀ ਸਾਡਾ ਚਿੱਤ ਰੋਗੀ, ਸਾਡਾ ਮਨ ਰੋਗੀ। ਹੁਣ ਇਹ ਮਨ ਦਾ ਰੋਗ ਠੀਕ ਹੋਣਾ ਸਿਮਰਨ ਕਰਕੇ।
ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਸਾਡੇ ਮਨ ਦੇ ਵਿੱਚ ਆਤਮ ਬਲ ਆਏਗਾ। ਜਿਉਂ-ਜਿਉਂ ਇਹਦੇ ਵਿੱਚ ਆਤਮ ਬਲ ਆਏਗਾ ਫਿਰ ਸਾਨੂੰ ਗੁੱਸਾ ਨਹੀਂ ਚੜੇਗਾ, ਫਿਰ ਸਾਡਾ ਮਨ ਵੈਰ ਵਿਰੋਧ 'ਚ ਨਹੀਂ ਜਾਏਗਾ, ਈਰਖਾ ਨਫ਼ਰਤ 'ਚ ਨਹੀਂ ਜਾਏਗਾ। ਫਿਰ ਇਹਦੇ ਅੰਦਰ ਇੰਨੀ ਸਹਿਣਸ਼ੀਲਤਾ, ਸਬਰ, ਸੰਤੋਖ ਆ ਜਾਏਗਾ ਬਈ ਇਹ ਭਾਣੀ 'ਚ ਆ ਜਾਂਦਾ ਵੀ ਮਾਲਕਾ ਜੋ ਤੂੰ ਕਰੇਗਾ ਉਹੀਓ ਮੇਰੇ ਵਾਸਤੇ ਚੰਗਾ ਹੈ, ਉਹੀਓ ਭਲਾ ਹੈ। ਫਿਰ ਰੋਸ ਨਹੀਂ ਕਰਦਾ। ਰੋਸ ਉਦੋਂ ਕਰਦਾ ਜਦੋਂ ਇਹਦੇ ਅੰਦਰ ਸਹਿਣਸ਼ੀਲਤਾ, ਸਬਰ, ਸੰਤੋਖ ਹੈ ਹੀ ਨਹੀਂ। ਫਿਰ ਨਿੱਕੀ ਨਿੱਕੀ ਗੱਲ 'ਤੇ ਰੋਸ ਕਰਦਾ, ਨਿੱਕੀ ਨਿੱਕੀ ਗੱਲ 'ਤੇ ਲੜਾਈਆਂ ਝਗੜੀ ਕਰਦਾ। ਜਦੋਂ ਸਾਡੇ ਮਨ 'ਚ ਬਲ ਆ ਜਾਏਗਾ ਫਿਰ ਇਹ ਰੋਸ ਕਰੇਗਾ ਹੀ। ਇਹੋ ਮਨ ਨੂੰ ਸਮਝਾਉਂਦੇ ਵੀ ਤੂੰ ਰੋਸ ਨਾ ਕਰ, ਲਾਹਾ ਤੈਨੂੰ ਇਹ ਹੈ ਤੂੰ ਸਿਮਰਨ ਕਰ, ਸਿਮਰਨ ਕਰਕੇ ਤੂੰ ਤਕੜਾ ਹੋ। ਮਾਰੇ ਕਹਿੰਦੇ ਮੇਰੇ ਮਨ ਕਾਹੇ ਰੋਸ ਕਰੀਜੇ, ਲਾਹਾ ਕਲ ਜੁਗ ਰਾਮ ਨਾਮ ਹੈ, ਗੁਰਮਤਿ ਅੰਦਨ ਹਿਰਦੇ ਰਵੀਜੇ। ਬਈ ਲਾਹਾ ਤੈਨੂੰ ਇਹ ਹੈ ਤੂੰ ਸਿਮਰਨ ਕਰ, ਰੋਸ ਨਾ ਕਰ। ਜੇ ਅਸੀਂ ਰੋਸ ਹੀ ਕਰਦੇ ਰਵਾਂਗੇ ਤੇ ਸਾਡੇ ਮਨ ਨੇ ਸ਼ੁੱਧ ਹੋਣਾ ਹੀ ਨਹੀਂ। ਉਹ ਰੋਸ ਹੀ ਤਾਂ ਵਿਚਾਰ ਨੇ, ਫੁਰਨੇ ਨੇ, ਤੇ ਸਾਡਾ ਮਨ ਉਹਦੇ ਵਿੱਚ ਹੋਰ ਕਮਜ਼ੋਰ ਹੁੰਦਾ ਜਾਏਗਾ। ਸੋ ਇਸ ਵਾਸਤੇ ਹੁਣ ਅਸੀਂ ਇਹ ਮਨ ਨੂੰ ਸ਼ਬਦ ਦਾ ਆਸਰਾ ਦੇ, ਜਿਉਂ-ਜਿਉਂ ਅਸੀਂ ਹੁਣ ਇਹ ਸ਼ਬਦ ਦਾ ਆਸਰਾ ਦੇਵਾਂਗੇ, ਸਿਮਰਨ ਕਰਾਂਗੇ, ਨਾਲ ਨਾਲ ਸਤਿਗੁਰੂ ਜੋ ਸਾਨੂੰ ਗਿਆਨ ਦਿੰਦੇ, ਉਪਦੇਸ਼ ਦਿੰਦੇ, ਉਹ ਉਪਦੇਸ਼ ਅਸੀਂ ਸੁਣਾਂਗੇ ਅਤੇ ਮਨ ਨੂੰ ਗਿਆਨ ਦੀ ਮੱਤ ਦੇਵਾਂਗੇ। ਫਿਰ ਇਹ ਆਪਣਾ ਮਨ ਵਾਪਸ ਘਰ ਜਾਂਦਾ। ਮਹਾਰਾਜ ਕਹਿੰਦੇ ਮਨੁਆ ਕਿਉਂ ਕਰ ਵਾਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਬਈ ਇਹ ਜਿਹੜਾ ਗਿਆਨ ਹੈ ਬ੍ਰਹਮ ਦਾ, ਇਹਨੂੰ ਰਤਨ ਕਹਿੰਦੇ। ਜੇ ਸਾਨੂੰ ਰਤਨ ਹੋ ਜਾਏਗਾ ਤਾਂ ਅਸੀਂ ਮਨ ਨੂੰ ਮਾਂਜ ਦਾਂਗੇ। ਜੇ ਮਨ ਨੂੰ ਮਾਂਜਿਆ ਹੋਏਗਾ ਤਾਂ ਮੈਲਾ ਨਹੀਂ ਹੁੰਦਾ। ਮਾਰੇ ਫਰਮਾਉਂਦੇ ਗਿਆਨ ਰਤਨ ਮਨ ਮਾਂਜੀਏ, ਬੌਰ ਨਾ ਮੈਲਾ ਹੋਏ। ਬਈ ਇਹ ਗਿਆਨ ਐਸਾ ਜੇ ਸਾਨੂੰ ਹੋ ਜਾਏਗਾ ਤਾਂ ਗਿਆਨ ਦੁਆਰਾ ਅਸੀਂ ਮਨ ਨੂੰ ਰੋਕ ਲੈਂਦੇ। ਜਿਵੇਂ ਜੇ ਮਨ ਦੌੜਦਾ 'ਚ ਜਾਣ ਲੱਗਿਆ ਅਤੇ ਗਿਆਨ ਅੱਗੇ ਆ ਗਿਆ, ਉਹ ਗਿਆਨ ਦੁਆਰਾ ਅਸੀਂ ਮਨ ਨੂੰ ਮਾਂਜ ਦੇਣਾ। ਜੇ ਵੈਰ ਵਿਰੋਧ 'ਚ ਜਾਣ ਲੱਗਿਆ ਅਤੇ ਗਿਆਨ ਆ ਜਾਂਦਾ ਵੀ ਕਰਨਾ ਨਹੀਂ, ਅਤੇ ਉਹ ਗਿਆਨ ਦੁਆਰਾ ਮਨ ਨੂੰ ਰੋਕ ਲੈਂਦੇ। ਸੋ ਮਹਾਰਾਜ ਕਹਿੰਦੇ ਵੀ ਗੁਰੂ ਤੋਂ ਬਿਨਾਂ ਇਹ ਸਾਨੂੰ ਗਿਆਨ ਨਹੀਂ ਹੁੰਦਾ, ਅਤੇ ਗਿਆਨ ਤੋਂ ਬਿਨਾਂ ਇਹ ਮਨ ਵੱਜਦਾ ਨਹੀਂ, ਇਹ ਰੋਕਿਆ ਨਹੀਂ ਜਾਂਦਾ। ਸਤਿਗੁਰੂ ਤਾਂਹੀਓ ਸਾਨੂੰ ਉਦਾਹਰਨ ਦਿੰਦੇ ਵੀ ਘੜਾ ਕੁੰਭ ਹੈ, ਉਹਦੇ ਵਿੱਚ ਪਾਣੀ ਰੁਕ ਜਾਂਦਾ। ਇਸੇ ਤਰ੍ਹਾਂ ਗਿਆਨ ਦਾ ਵੱਧਾ ਮਨ ਰੁਕਦਾ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਬਈ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਨਹੀਂ ਹੁੰਦਾ, ਅਤੇ ਗਿਆਨ ਤੋਂ ਬਿਨਾਂ ਮਨ ਨੂੰ ਬੰਨ੍ਹ ਨਹੀਂ ਸਕਦੇ, ਮਨ ਰੁਕਦਾ ਨਹੀਂ। ਸੋ ਇਸ ਵਾਸਤੇ ਜੇ ਸਾਨੂੰ ਗਿਆਨ ਹੋਏਗਾ ਅਤੇ ਗਿਆਨ ਦੁਆਰਾ ਅਸੀਂ ਮਨ ਨੂੰ ਬੰਨ੍ਹ ਦਾਂਗੇ। ਫਿਰ ਜਿੱਧਰ ਨੂੰ ਅਸੀਂ ਇਸ਼ਾਰਾ ਕਰਾਂਗੇ ਮਨ ਨੂੰ ਉੱਧਰ ਨੂੰ ਹੀ ਚੱਲੇ। ਜਿਵੇਂ ਮਹਾਰਾਜ ਕਹਿੰਦੇ ਵੀ ਮਨ ਹੈ ਜਿਹੜਾ ਇਹ ਕੁੰਚਰ ਬਣ ਗਿਆ ਹਾਥੀ, ਅਤੇ ਗੁਰੂ ਹੈ ਜਿਹੜਾ ਉਹ ਪੀਲਕ ਹੈ, ਅਤੇ ਗਿਆਨ ਦਾ ਇਹਨੂੰ ਕੁੰਡਾ ਪਾਉਣਾ। ਜਿਵੇਂ ਹਾਥੀ ਦੇ ਸਿਰ 'ਤੇ ਅੰਕਸ ਹੁੰਦਾ, ਉਹ ਉੱਪਰ ਬੈਠਾ, ਜਦੋਂ ਜਿੱਧਰ ਨੂੰ ਉਹਦੇ ਕੁੰਡਾ ਕਰਦਾ ਹੈ ਉਹ ਉੱਧਰ ਨੂੰ ਮੁੜਦਾ ਹੈ। ਹੁਣ ਜੇ ਉਹ ਕੁੰਡੇ ਤੋਂ ਬਾਹਰ ਹੋਵੇ ਤਾਂ ਫਿਰ ਉਹ ਉਜਾੜਾ ਬਹੁਤ ਕਰਦਾ। ਜੇ ਉਹ ਕੁੰਡੇ ਤੋਂ ਬਾਹਰ ਹੋਵੇ ਹਾਥੀ, ਉਹਨੂੰ ਗੁੱਸਾ ਜਿਹੜਾ ਉਹਦਾ ਉਹ ਬਹੁਤ ਖਤਰਨਾਕ ਹੈ। ਜੇ ਉਹਨੂੰ ਗੁੱਸਾ ਚੜ੍ਹ ਜੇ ਤਾਂ ਉਹ ਇੰਨਾ ਕੁ ਉਜਾੜਾ ਕਰਦਾ ਹੈ ਵੀ ਉਹਨੂੰ ਫਿਰ ਜਿਹੜਾ ਕੰਟਰੋਲ ਕਰਨਾ ਉਹ ਕਿਸੇ ਜੀਵ ਦੇ ਵੱਸ ਦੀ ਗੱਲ ਨਹੀਂ ਰਹਿੰਦੀ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖੀਚੇ ਤਿਹ ਜਾਓ। ਬਈ ਜੇ ਤਾਂ ਗਿਆਨ ਦਾ ਕੁੰਡਾ ਹੈ ਫਿਰ ਤਾਂ ਜਿੱਧਰ ਨੂੰ ਮੋੜਾਂਗੇ ਉੱਧਰ ਨੂੰ ਜਾਏਗਾ, ਨਹੀਂ ਤਾਂ ਮਹਾਰਾਜ ਕਹਿੰਦੇ ਹਸਤੀ ਕੁੰਡੇ ਬਾਹਰ
ਵੀ ਜਿਹੜਾ ਕੁੰਡੇ ਤੋਂ ਬਾਹਰ ਹੈ ਵੀ ਉਹ ਫਿਰ ਉਜਾੜਾ ਕਰੇਗਾ ਉਹ ਫਿਰ। ਸੋ ਇਸ ਵਾਸਤੇ ਹੁਣ ਇਹ ਗਿਆਨ ਦਾ ਅਸੀਂ ਇਹਨੂੰ ਕੁੰਡਾ ਪਾਉਣਾ ਵਾ। ਜੇ ਗਿਆਨ ਦਾ ਕੁੰਡਾ ਪਾਇਆ ਹੋਏਗਾ ਤਾਂ ਜਿੱਧਰ ਨੂੰ ਇਸ਼ਾਰਾ ਕਰਾਂਗੇ ਉੱਧਰ ਨੂੰ ਹੀ ਜਾਏਗਾ। ਜੇ ਸਾਨੂੰ ਗਿਆਨ ਨਹੀਂ ਫਿਰ ਕੁੰਡੇ ਤੋਂ ਬਾਹਰ ਆ ਤੇ ਫਿਰ ਤਾਂ ਇਹ ਆਪ ਮਹਾਰੇ, ਫਿਰ ਤਾਂ ਜਾੜਾ ਹੀ ਜਾੜਾ, ਫਿਰ ਤਾਂ ਆਪ ਵੀ ਦੁਖੀ ਤੇ ਗਾਂ ਅੱਗੇ ਵੀ ਜਿਹੜਾ ਸਾਹਮਣੇ ਆਏਗਾ ਉਹਨੂੰ ਹੀ ਮਾਰੇਗਾ, ਅੱਗੇ ਵੀ ਦੁੱਖ। ਸੋ ਇਸ ਕਰਕੇ ਫਿਰ ਇਹ ਆਪਾਂ ਸਤ ਸੰਗਤ ਕਰਦੇ ਹਾਂ ਗਿਆਨ ਲੈਣ ਵਾਸਤੇ, ਤੇ ਨਾਲ ਨਾਲ ਇਹ ਆਪਾਂ ਸਿਮਰਨ ਕਰਦੇ ਹਾਂ ਵੀ ਤਾਂ ਕਿ ਸਾਨੂੰ ਗਿਆਨ ਹੋ ਜੀ, ਸੋਝੀ ਹੋ ਜੀ। ਹੁਣ ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਦੇ ਰਹੇ, ਸਾਨੂੰ ਕਿਵੇਂ ਇਹਦੀ ਉਪਦੇਸ਼ ਦੀ ਸਮਝ ਲੱਗਦੀ ਜਦੋਂ ਅਸੀਂ ਸਿਮਰਨ ਕਰਾਂਗੇ। ਜਿੰਨਾ ਅਸੀਂ ਸਿਮਰਨ ਵੱਧ ਕਰਾਂਗੇ ਉਨਾ ਹੀ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਏਗੀ। ਜੇ ਅਸੀਂ ਸਿਮਰਨ ਨਹੀਂ ਕਰਾਂਗੇ ਸਾਨੂੰ ਇਹ ਗਿਆਨ ਨਹੀਂ ਹੋਏਗਾ, ਸਾਨੂੰ ਸਮਝ ਨਹੀਂ ਆਏਗੀ, ਪੜ੍ਹਦੇ ਵੀ ਨਹੀਂ ਸਾਨੂੰ ਸਮਝ ਆਏਗੀ ਵੀ ਅਸੀਂ ਕੀ ਪੜ੍ਹ ਰਹੇ। ਹੁਣ ਗਿਆਨ ਲੈਣ ਵਾਸਤੇ, ਸਤਿਗੁਰਾਂ ਨੂੰ ਸਮਝਣ ਵਾਸਤੇ ਜੋ ਇਹ ਆਪਾਂ ਨੂੰ ਸਿਮਰਨ ਅਭਿਆਸ ਦੱਸਦੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਹੋਏ ਆਪਾਂ ਸਿਮਰਨ ਕਰਨਾ, ਵਾਹਿਗੁਰੂ ਦਾ ਰਾਮ ਨੂੰ ਜਪਣਾ। ਜਿਵੇਂ ਮਹਾਰਾਜ ਕਹਿੰਦੇ ਧਰੂਮ ਤੇ ਪ੍ਰਹਲਾਦ ਨੇ ਜਪਿਆ। ਫਿਰ ਜਦੋਂ ਅਸੀਂ ਜਪਾਂਗੇ, ਜਿਹੜਾ ਇਹ ਸਾਡਾ ਪਰਿਵਾਰ ਹੈ, ਸਾਡੇ ਗਿਆਨ ਇੰਦਰੀ, ਕਰਮ ਇੰਦਰੀ, ਸੂਖਮ, ਜਿਵੇਂ ਮਨ ਹੈ, ਆਤਮਾ, ਧਰਮ, ਰਾਏ, ਚਿਤਰਗੁਪਤ, ਇਹ ਕਾਮ, ਕ੍ਰੋਧ, ਲੋਭ, ਹੰਕਾਰ, ਇਹ ਇੱਕ ਸਾਡਾ ਪਰਿਵਾਰ ਹੈ, ਇਹ ਘਰ ਦੇ ਅੰਦਰ ਵਸਦਾ। ਫਿਰ ਅਸੀਂ ਇਹ ਸਾਰੇ ਪਰਿਵਾਰ ਨੂੰ ਬੇੜੇ ਤੇ ਚੜਾ ਲੈਣਾ ਨਾਮ ਦੇ ਵਿੱਚ।
ਫਿਰ ਅਸੀਂ ਇਹ ਪਾਰ ਹੋ ਜਾਣ ਭਵ ਸਾਗਰ 'ਚ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਰਮਾਉਂਦੇ, ਰਾਮ ਜਪੋ ਜੀ ਐਸੀ ਐਸੀ, ਧਰੂੰ ਪ੍ਰਹਲਾਦ ਜਪਿਓ ਹਰ ਜੈਸੀ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਜੇ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾ। ਫਿਰ ਜਦੋਂ ਆਪਾਂ ਸਿਮਰਨ ਕਰਾਂਗੇ, ਮਾਲਕ ਨੂੰ ਭਾਵਾਂਗੇ, ਫਿਰ ਉਹ ਸਾਨੂੰ ਆਪਦਾ ਹੁਕਮ ਨਾਮ ਨੂੰ ਮਨਾਏਗਾ। ਫਿਰ ਇਹ ਸਾਡਾ ਬੇੜਾ ਜਿਹੜਾ ਇਹ ਪਾਰ ਲੰਘ ਜਾਏਗਾ, ਅਸੀਂ ਆਪਦੇ ਘਰ ਆਪਦੇ ਦੇਸ਼ ਚਲੇ ਜਾਵਾਂਗੇ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੈ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਨਾਲ ਨਾਲ ਵਿਚਾਰਨਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਡੇ ਸਾਰਿਆਂ ਦੇ ਜੀਵਨ ਦਾ ਮਨੋਰਥ, ਵਾਹਿਗੁਰੂ ਨੂੰ ਨਿਰੰਕਾਰ ਨੂੰ ਮਿਲਣਾ, ਕਿਵੇਂ ਆਪਾਂ ਮਿਲ ਸਕਦੇ ਹਾਂ, ਰਸਤੇ ਵਿੱਚ ਕੀ ਕੀ ਰੁਕਾਵਟਾਂ ਨੇ, ਉਹਨਾਂ ਨੂੰ ਕਿਵੇਂ ਆਪਾਂ ਪਾਸੇ ਕਰਨਾ, ਇਹ ਫਿਰ ਆਪਾਂ ਸਾਰਾ ਭੇਤ ਲੈ ਕੇ ਸਾਧ ਸੰਗਤ ਕਰਕੇ ਤੇ ਮਾਲਕ ਨੂੰ ਮਿਲ ਸਕਦੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।